ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਤੇ ਮੈਂ ਹਾਂ ਸਵਰਨ ਸਿੰਘ ਟਹਿਣਾ। ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਭਾਰਤ ਦੇ ਵਿੱਚ ਇਸ ਵਕਤ ਦੋ ਬਹੁਤ ਵੱਡੇ ਮੁੱਦੇ ਆ। ਉਹਨਾਂ ਦੇ ਵਿੱਚੋਂ ਪਹਿਲਾ ਮੁੱਦਾ ਤਾਂ ਇਹ ਹੈ ਕਿ ਕਰੋਨਾ ਮਹਾਮਾਰੀ ਦੇ ਕਰਕੇ ਲੋਕ ਲਗਾਤਾਰ ਪੀੜਤ ਹੋ ਰਹੇ ਆ। ਦੂਜਾ ਮੁੱਦਾ ਹੈ ਕਿ ਜਿਸ ਤਰੀਕੇ ਨਾਲ ਲੱਦਾਖ ਖੇਤਰ ਦੇ ਵਿੱਚ ਗਿਲਵਾਨ ਘਾਟੀ ਦੇ ਵਿੱਚ ਚੀਨ ਦੇ ਵੱਲੋਂ ਸਾਡੇ 20 ਫੌਜੀ ਜਵਾਨ ਸ਼ਹੀਦ ਕੀਤੇ ਗਏ ਆ, ਜਿਹਦੇ ਵਿੱਚ 4 ਫੌਜੀ ਜਵਾਨ ਪੰਜਾਬ ਦੇ ਸੀ। ਉਸ ਮੁੱਦੇ ਦੇ ਉੱਤੇ ਰਾਜਨੀਤਿਕ ਲੋਕ ਵੱਖਰੀਆਂ ਗੱਲਾਂ ਕਰ ਰਹੇ ਆ, ਪਰ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਭਾਰਤੀ ਆ ਉਹਨਾਂ ਦੇ ਮਨਾਂ ਦੇ ਅੰਦਰ ਇੱਕ ਚੀਜ਼ ਉੱਠਦੀ ਆ। ਜਿਹੜੇ ਲੋਕ ਰਾਜਨੀਤਿਕ ਸੱਤਾਧਾਰੀ ਧਿਰ ਖਾਸ ਕਰਕੇ ਕੇਂਦਰ ਦੇ ਨਾਲ ਜੁੜੀ ਹੋਈ ਉਹਦੇ ਹੱਕ ਦੇ ਵਿੱਚ ਭੁਗਤਣ ਵਾਲੇ ਆ, ਉਹ ਅੱਜ ਵੀ ਇਹ ਗੱਲ ਕਹਿੰਦੇ ਆ ਕਿ ਮੋਦੀ ਹੈ ਤਾਂ ਮੁਮਕਿਨ ਹੈ। ਪਰ ਜਿਹੜੇ ਆਮ ਲੋਕ ਨੇ ਜਾਂ ਜਿਹੜੇ ਨਿਰਪੱਖ ਲੋਕ ਨੇ ਉਹਨਾਂ ਦੀ ਇੱਕ ਵੱਖਰੀ ਰਾਏ ਆ। ਉਹਨਾਂ ਦਾ ਇਹ ਕਹਿਣਾ ਕਿ ਜੇਕਰ ਸਰਕਾਰਾਂ ਦੇ ਵੱਲੋਂ ਪਖੰਡਬਾਜ਼ੀ ਨਾ ਕੀਤੀ ਜਾਵੇ ਤਾਂ ਸਾਡੇ ਜਵਾਨਾਂ ਨੂੰ ਬਚਾਇਆ ਜਾ ਸਕਦਾ ਤੇ ਦੇਸ਼ਾਂ ਦੇ ਸੰਬੰਧ ਸੁਖਾਵੇਂ ਵੀ ਹੋ ਸਕਦੇ ਆ। ਹੁਣ ਨਵਾਂ ਸਵਾਲ ਇਹ ਉੱਠ ਰਿਹਾ ਕਿ ਕੀ ਭਾਰਤ ਸੱਚੀ ਮੁੱਚੀ ਚੀਨੀ ਸਮਾਨ ਦਾ ਬਾਈਕਾਟ ਕਰ ਸਕਦਾ ਹੈ? ਜਦੋਂ ਪਿਛਲੇ ਕਈ ਵਰਿਆਂ ਤੋਂ ਲਗਾਤਾਰ ਅਸੀਂ ਚੀਨੀ ਡੋਰ ਦਾ ਬਾਈਕਾਟ ਨਹੀਂ ਕਰ ਸਕੇ, ਅਸੀਂ ਉਹਨੂੰ ਨਹੀਂ ਖਤਮ ਕਰ ਸਕੇ, ਤਾਂ ਜਿਹੜਾ ਅਰਬਾਂ ਰੁਪਈਏ ਦਾ ਕਾਰੋਬਾਰ ਹਰ ਸਾਲ ਲੈਣ ਦੇਣ ਦੇ ਰੂਪ ਦੇ ਵਿੱਚ, ਖਾਸ ਕਰਕੇ ਲੈਣ ਦੇ ਰੂਪ ਦੇ ਵਿੱਚ ਹੀ ਭਾਰਤ ਦੇ ਵੱਲੋਂ ਕੀਤਾ ਜਾਂਦਾ ਹੈ, ਤਾਂ ਫਿਰ ਅਸੀਂ ਕਿਹੜੇ ਬਾਈਕਾਟ ਦੀ ਗੱਲ ਕਰਦੇ ਹਾਂ? ਇਸ ਮਾਮਲੇ ਦੇ ਉੱਤੇ ਲੋਕਾਂ ਦੇ ਆਪੋ ਆਪਣੇ ਵਿਚਾਰ ਹੈ। ਪਰ ਭਾਰਤ ਦੇ ਵਿੱਚ 4.25 ਲੱਖ ਦੇ ਕਰੀਬ ਕਰੋਨਾ ਪੀੜਤਾਂ ਦੀ ਗਿਣਤੀ ਹੋ ਚੁੱਕੀ ਹੈ। ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਤੇ ਭਾਰਤ ਦੇ ਸਿਹਤ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ 2 ਲੱਖ ਤੋਂ ਵੱਧ ਲੋਕ ਤੰਦਰੁਸਤ ਵੀ ਹੋ ਗਏ, ਯਾਨੀ ਕਿ ਤੰਦਰੁਸਤੀ ਦੀ ਦਰ ਵਧੀ ਹੈ। ਪਰ ਜਿਸ ਤਰੀਕੇ ਦੇ ਨਾਲ ਆਪਾਂ ਸਾਰੇ ਜਾਣਦੇ ਹਾਂ ਕਿ ਦਿੱਲੀ ਦੇ ਵਿੱਚ ਸਿਹਤ ਵਿਭਾਗ ਦੇ ਮੰਤਰੀ ਸਤਿੰਦਰ ਜੈਨ ਬਿਮਾਰ ਹੋ ਗਏ ਸੀ, ਉਹ ਕਰੋਨਾ ਪੀੜਤ ਹੋ ਗਏ ਸੀ, ਉਹ ਹੁਣ ਸਿਹਤਯਾਬ ਹੋਣੇ ਸ਼ੁਰੂ ਹੋ ਚੁੱਕੇ ਆ। ਉਹਨਾਂ ਨੂੰ ਕਰੋਨਾ ਦੀ ਮਾਰ ਪਈ ਸੀ, ਦਿੱਲੀ ਦੇ ਮੈਕਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਉਹਨਾਂ ਦੀ ਪਲਾਜ਼ਮਾ ਥੈਰੇਪੀ ਕੀਤੀ ਗਈ ਹੈ ਤੇ ਹੁਣ ਉਹ ਤੰਦਰੁਸਤ ਹੋ ਰਹੇ ਆ। ਉਹ ਤੰਦਰੁਸਤ ਹੋ ਜਾਣ, ਸਾਰੇ ਹੀ ਲੋਕ ਤੰਦਰੁਸਤ ਰਹਿਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪੰਜਾਬ ਦੇ ਵਿੱਚ ਵੀ ਕਰੋਨਾ ਦੀ ਬੜੀ ਵੱਡੀ ਮਾਰ ਪੈ ਰਹੀ ਹੈ। ਕੋਈ ਇੱਕ ਦਿਨ ਇਹੋ ਜਿਹਾ ਨਹੀਂ ਹੁੰਦਾ ਜਦੋਂ ਕਰੋਨਾ ਦੇ ਨਵੇਂ ਕੇਸ ਸਾਹਮਣੇ ਨਾ ਆਉਣ, ਤੇ ਪੰਜਾਬ ਦੇ ਵਿੱਚ 100 ਦੀ ਗਿਣਤੀ ਟੱਪ ਗਈ ਹੈ ਕਰੋਨਾ ਪੀੜਤਾਂ ਦੀ ਮੌਤ ਦੇ ਮਾਮਲੇ ਦੇ ਵਿੱਚ। ਤੇ ਜੇਕਰ ਅਸੀਂ ਗੱਲ ਕਰਦੇ ਹਾਂ ਹੁਣ ਲੱਦਾਖ ਖੇਤਰ ਦੀ, ਇਸ ਮਾਮਲੇ ਦੇ ਉੱਤੇ ਰਾਜਨੀਤਿਕ ਲੋਕਾਂ ਦੇ ਵੱਲੋਂ ਸਿਆਸੀ ਛੁਰਲੀਆਂ ਕਿਵੇਂ ਛੱਡੀਆਂ ਜਾ ਰਹੀਆਂ, ਇਹਦੇ ਬਾਬਤ ਹਰ ਰੋਜ਼ ਨਵੀਂ ਖਬਰ ਆਉਂਦੀ ਹੈ। ਕੋਈ ਇਹ ਗੱਲ ਕਹਿੰਦਾ ਕਿ ਮੋਦੀ ਹੋਰਾਂ ਦੀ ਅਣਗਹਿਲੀ ਦੇ ਕਰਕੇ ਸਭ ਕੁਝ ਹੋਇਆ, ਕਿਸੇ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਉੱਥੇ ਬਹੁਤ ਮੁਸ਼ਤੈਦੀ ਨਾਲ ਕੰਮਕਾਜ ਕਰ ਰਹੇ ਹਾਂ। ਪਰ ਇਸੇ ਦਰਮਿਆਨ ਦੋ ਖਬਰਾਂ ਨੇ ਜਿਹੜੀਆਂ ਕਿ ਦੂਜੇ ਦੇ ਘਰ ਦੇ ਵਿੱਚ ਲੱਗੀ ਹੋਈ ਅੱਗ ਕਿਵੇਂ ਬਸੰਤਰ ਵਰਗੀ ਜਾਪਦੀ ਹੈ, ਤੇ ਕਿਸ ਤਰੀਕੇ ਦੇ ਨਾਲ ਜਿਹੜੇ ਰਾਜਨੀਤਿਕ ਲੋਕ ਹੈ ਉਹ ਆਪਣੇ ਮਨ ਦੀਆਂ ਗੱਲਾਂ ਕਰਦੇ ਆ ਤੇ ਉਹ ਸਿਰਫ ਬਿਆਨਾਂ ਦੀ ਭੁੱਖ ਦਰਸਾਉਂਦੇ ਆ, ਉਹਨਾਂ ਨੂੰ ਦੇਸ਼ ਵਾਸੀਆਂ ਦੇ ਨਾਲ ਕੋਈ ਫਿਕਰ ਨਹੀਂ। ਰਾਹੁਲ ਗਾਂਧੀ ਨੇ ਇੱਕ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਨਾਂ ਸੁਰਿੰਦਰ ਮੋਦੀ ਰੱਖ ਲੈਣਾ ਚਾਹੀਦਾ। ਇਸ ਮਾਮਲੇ ਦੇ ਉੱਤੇ ਸਪੈਲਿੰਗਾਂ ਦੀ ਗਲਤੀ ਹੋਈ ਤੇ ਭਾਜਪਾ ਨੇ ਇਸ ਮੁੱਦੇ ਨੂੰ ਚੁੱਕਿਆ ਕਿ ਜਿਹੜੇ ਵਿਅਕਤੀ ਦੇ ਵੱਲੋਂ ਸੁਰਿੰਦਰ ਮੋਦੀ ਦੀ ਥਾਂ ਦੇ ਉੱਤੇ ਸੁਰਿੰਦਰ ਮੋਦੀ ਲਿਖਿਆ ਜਾ ਰਿਹਾ, ਉਸ ਵਿਅਕਤੀ ਨੂੰ ਹਾਰਵਰਡ ਦੇ ਵਿੱਚ ਦੁਬਾਰਾ ਪੜ੍ਹਨ ਦੇ ਲਈ ਭੇਜ ਦੇਣਾ ਚਾਹੀਦਾ। ਯਾਨੀ ਕਿ ਲੋਕ ਮਰ ਰਹੇ ਆ, ਆਪਾਂ ਇੱਥੇ ਨਾਵਾਂ ਨੂੰ ਬਦਲਣ ਦੇ ਵਿੱਚ ਨਵੀਂ ਦਿਲਚਸਪੀ ਦਿਖਾ ਕੇ ਤੇ ਨਵੀਆਂ ਖੇਡਾਂ ਖੇਡ ਰਹੇ ਆ। ਦੂਜੀ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਜਿਹੜੇ ਉਹਨਾਂ ਦੇ ਵੱਲੋਂ ਯੋਗ ਦਿਵਸ ਦੇ ਮੌਕੇ 1 ਸਾਲ ਪੁਰਾਣੀ ਫੋਟੋ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਤੇ ਯੋਗ ਦਿਵਸ ਦੀ ਵਧਾਈ ਦੇ ਦਿੱਤੀ ਗਈ। ਭਾਜਪਾ ਨੇ ਇਸ ਗੱਲ ਦਾ ਮੁੱਦਾ ਚੁੱਕ ਲਿਆ, ਕਹਿੰਦੇ ਜੀ ਲੋਕਾਂ ਨੂੰ ਧੋਖਾ ਦਿੱਤਾ ਗਿਆ, ਇਹ ਤਾਂ 1 ਸਾਲ ਪੁਰਾਣੀ ਫੋਟੋ ਆ। ਹੁਣ ਕਾਂਗਰਸੀਆਂ ਨੇ ਸਫਾਈ ਦਿੱਤੀ ਹੈ ਜੀ ਕਿ ਅਸੀਂ ਕਦੋਂ ਆਖਿਆ ਤਾਜ਼ਾ ਫੋਟੋ ਆ, ਅਸੀਂ ਤਾਂ ਕੱਲੀ ਵਧਾਈ ਦਿੱਤੀ ਆ ਪੁਰਾਣੀ ਫੋਟੋ ਪਾ ਕੇ, ਅਸੀਂ ਤਾਂ ਇਸ ਗੱਲ ਦਾ ਦਾਅਵਾ ਹੀ ਨਹੀਂ ਕੀਤਾ ਕਿ ਭਾਈ ਇਹ ਨਵੀਂ ਫੋਟੋ ਆ। ਸੋ ਫੋਟੋਆਂ ਦੀ ਖੇਡ ਖੇਡੀ ਜਾ ਰਹੀ ਹੈ, ਲੋਕ ਮਰ ਰਹੇ ਆ। ਕਰੋਨਾ ਦੇ ਕਰਕੇ ਦੇਸ਼ ਦੇ ਵਿੱਚ ਬੁਰਾ ਹਾਲ ਆ, ਸਰਹੱਦਾਂ ਦੇ ਉੱਤੇ ਤਣਾਅ ਪੈਦਾ ਹੋਇਆ, ਪਰ ਇਹਨਾਂ ਲੋਕਾਂ ਨੂੰ ਸਿਆਸੀ ਖੇਡਾਂ ਸੁਝਦੀਆਂ। ਕੋਈ ਕਿਸੇ ਬਾਰੇ ਕੁਝ ਕਹਿ ਦਿੰਦਾ, ਕੋਈ ਕਿਸੇ ਤਰ੍ਹਾਂ ਦੀ ਮੂਰਖਮਤੀ ਪੇਸ਼ ਕਰਦਾ। ਇਸ ਬਕਵਾਸਬਾਜ਼ੀ ਦੇ ਵਿੱਚ ਜਿਹੜੀ ਕਿ ਕਿਸੇ ਵੀ ਪਾਰਟੀ ਦਾ ਨੇਤਾ ਕਿਸੇ ਦੇ ਬਾਰੇ ਵੀ ਕਰਦਾ, ਉਦੋਂ ਲੋਕਾਂ ਦੇ ਮਨਾਂ ਵਿੱਚੋਂ ਇੱਕ ਚੀਜ਼ ਜ਼ਰੂਰ ਉੱਠਦੀ ਹੈ ਕਿ ਸਾਡਾ ਕਸੂਰ ਕੀ ਹੈ। ਅਸੀਂ ਇਹਨਾਂ ਲੋਕਾਂ ਨੂੰ ਵੋਟਾਂ ਪਾ ਕੇ ਇੱਥੋਂ ਤੱਕ ਭੇਜਦੇ ਹਾਂ, ਇਸ ਗੱਲ ਲਈ ਭੇਜਦੇ ਹਾਂ। ਚਾਹੀਦਾ ਇਹ ਹੈ ਕਿ ਆਪਣੀ ਜ਼ਿੰਦਗੀ ਨੂੰ ਦਾਅ ਦੇ ਉੱਤੇ ਇਹ ਲਾ ਦੇਣ ਵੀ ਸਿਰਫ ਤੇ ਸਿਰਫ ਸਾਡੇ ਲਈ ਸੋਚਣਾ, ਵੋਟਰਾਂ ਵਾਸਤੇ ਸੋਚਣਾ, ਨਾਗਰਿਕਾਂ ਵਾਸਤੇ ਸੋਚਣਾ। ਪਰ ਇਹਨਾਂ ਲੋਕਾਂ ਦੇ ਵੱਲੋਂ ਕਿੰਨਾ ਕੁਝ ਸੋਚਿਆ ਜਾ ਰਿਹਾ ਆਪਾਂ ਜਾਣਦੇ ਹਾਂ। ਹੁਣ ਤੋਂ ਕੁਝ ਘੰਟੇ ਪਹਿਲਾਂ ਭਾਰਤ ਤੇ ਚੀਨ ਦੇ ਕਮਾਂਡਿੰਗ ਅਫਸਰਾਂ ਦੀ ਇੱਕ ਬੜੀ ਮਹੱਤਵਪੂਰਨ ਮੀਟਿੰਗ ਹੋਈ ਹੈ। ਉਹਦੇ ਵਿੱਚ ਚੀਨ ਦੇ ਵੱਲੋਂ ਇਸ ਗੱਲ ਨੂੰ ਕਬੂਲ ਕੀਤਾ ਗਿਆ ਕਿ ਸਾਡਾ ਇੱਕ ਕਮਾਂਡਿੰਗ ਅਫਸਰ ਆ ਜਿਹੜਾ ਉਹ ਭਾਰਤ ਆਪਣੇ ਵੱਲ ਲੈ ਗਿਆ ਸੀ ਬੰਦੀ ਬਣਾ ਕੇ, ਬਾਅਦ ਦੇ ਵਿੱਚ ਛਡਵਾਉਣ ਦੀ ਗੱਲ ਵੀ ਕੀਤੀ ਗਈ ਹੈ। ਪਰ ਇਸੇ ਦਰਮਿਆਨ ਕੁਝ ਖਬਰਾਂ ਆ ਰਹੀਆਂ, ਕੁਝ ਮਾਹਿਰਾਂ ਦਾ ਇਹ ਕਹਿਣਾ ਕਿ ਚੀਨ ਦੇ ਵੱਲੋਂ ਧੱਕਾ ਕੀਤਾ ਗਿਆ, ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਚੀਨ ਆਪਣੀ ਥਾਂ ਦੇ ਉੱਤੇ ਜੋ ਕੁਝ ਪਹਿਲਾਂ ਕਰਦਾ ਸੀ ਉਹੀ ਕਰ ਰਿਹਾ। ਸਾਡੀ ਸਰਕਾਰ ਦੀ ਨਲਾਇਕੀ ਆ, ਸਾਡਾ ਗ੍ਰਹਿ ਤੰਤਰ ਆ ਜਿਹੜਾ ਉਹ ਕਮਜ਼ੋਰ ਆ, ਸਾਡੀਆਂ ਖੁਫੀਆ ਏਜੰਸੀਆਂ ਕਮਜ਼ੋਰ ਆ, ਜਿਹਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ। ਆਖਰ ਉਹ ਕਿਹੜੇ ਕਾਰਨ ਆ ਕਿ ਮਾਵਾਂ ਦੇ ਪੁੱਤ ਸ਼ਹੀਦ ਹੋ ਜਾਂਦੇ ਆ, ਰਾਜਨੀਤਿਕ ਲੋਕਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ।
ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਰਾਜਨੀਤਿਕ ਲੋਕ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਲਗਜ਼ਰੀ ਗੱਡੀਆਂ ਝੂਟਦੇ ਬੰਗਲਿਆਂ ਦੇ ਵਿੱਚ ਬੈਠੇ ਹੁਕਮ ਜਾਰੀ ਕਰਦੇ ਰਹਿੰਦੇ ਆ। ਮਰਦੇ ਮਾਵਾਂ ਦੇ ਪੁੱਤ ਆ, ਭੈਣਾਂ ਦੇ ਭਰਾ, ਬੱਚਿਆਂ ਦੇ ਪਿਤਾ। ਇਹ ਸਾਰਾ ਕੁਝ ਕਦੋਂ ਤੱਕ ਜਾਰੀ ਰਹੂਗਾ? ਇਹ ਬਹੁਤ ਵੱਡਾ ਸਵਾਲ ਆ ਤੇ ਇਸ ਸਵਾਲ ਦੇ ਕਦੇ ਖਤਮ ਹੋਣ ਦੀ ਆਸ ਨਹੀਂ। ਪਰ ਇਸੇ ਦਰਮਿਆਨ ਡਾਕਟਰ ਮਨਮੋਹਨ ਸਿੰਘ ਦੇ ਵੱਲੋਂ ਜਿਹੜੇ ਸਵਾਲ ਕੀਤੇ ਗਏ ਆ ਭਾਰਤ ਦੀ ਸਰਕਾਰ ਦੇ ਉੱਤੇ ਕਿ ਇਸ ਵਕਤ ਪੈਰ ਪਿੱਛੇ ਨਹੀਂ ਖਿੱਚਣਾ ਚਾਹੀਦਾ ਤੇ ਸਿਰਫ ਸਰਕਾਰ ਨੂੰ ਲੋਕ ਪੱਖੀ ਸੋਚਣਾ ਚਾਹੀਦਾ ਤੇ ਸਾਡੇ ਦੇਸ਼ ਦੀ ਰੱਖਿਆ ਦੇ ਨਾਲ ਸਮਝੌਤਾ ਕੋਈ ਨਹੀਂ ਹੋਣਾ ਚਾਹੀਦਾ। ਇਹਦੇ ਉੱਤੇ ਵੀ ਪਲਟਵਾਰ ਭਾਜਪਾ ਦੇ ਵੱਲੋਂ ਕੀਤਾ ਗਿਆ ਕਿ ਜਦੋਂ ਤੁਹਾਡੀ ਸਰਕਾਰ ਸੀ ਤੁਸੀਂ ਵੀ ਤਾਂ ਇਹੋ ਜਿਹੇ ਸੀ। ਅੱਜ ਪਤਾ ਲੱਗਾ ਕਿ ਜੇਪੀ ਨੱਡਾ ਸਾਹਿਬ ਨੇ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ 40,000 ਵਰਗ ਕਿਲੋਮੀਟਰ ਤੁਸੀਂ ਸੌਂਪ ਦਿੱਤਾ ਸੀ ਆਪਣੀ ਸਰਕਾਰ ਦੇ ਮੌਕੇ, ਕਾਂਗਰਸ ਦੀ ਸਰਕਾਰ ਦੇ ਮੌਕੇ, ਤੇ ਗੱਲਾਂ ਸਾਨੂੰ ਕਹਿੰਦੇ ਹੋ। ਯਾਨੀ ਕਿ ਸ਼ਹੀਦ 20 ਜਾਣੇ ਭਾਰਤ ਦੇ ਹੋਏ। ਇਹ ਲੋਕ ਹਾਲੇ ਵੀ ਇੱਕ ਦੂਜੇ ਦੇ ਨਾਲ ਸਿੰਘ ਫਸਾਉਣ ਵਾਸਤੇ ਤਿਆਰ ਆ। ਇਹਨਾਂ ਲੋਕਾਂ ਨੂੰ ਇਸ ਗੱਲ ਦਾ ਫਿਕਰ ਨਹੀਂ ਕਿ ਆਉਂਦੇ ਸਮੇਂ ਦੇ ਵਿੱਚ ਕਿਤੇ ਕੁਝ ਹੋਰ ਨਾ ਹੋ ਜਾਵੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਗਲਵਾਨ ਘਾਟੀ ਦੇ ਵਿੱਚ ਚੀਨ ਤੇ ਭਾਰਤ ਦੇ ਫੌਜਾਂ ਦੀ ਝੜਪ ਦੇ ਬਾਬਤ ਨਵੀਆਂ ਖਬਰਾਂ ਆ ਰਹੀਆਂ ਨੇ। ਪਤਾ ਲੱਗਾ ਕਿ ਭਾਰਤੀ ਸੈਨਾ ਨੂੰ ਇਸ ਸਟਰਕਚਰ ਦੇ ਉੱਤੇ ਇਤਰਾਜ਼ ਸੀ, ਯਾਨੀ ਕਿ ਜੋ ਉਹਨਾਂ ਨੇ ਪੋਸਟ ਬਣਾਈ ਸੀ। 16 ਬਿਹਾਰ ਇਨਫੈਂਟਰੀ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਕਰਨਲ ਸੰਤੋਸ਼ ਬਾਬੂ ਇਸ ਗੱਲ ਨੂੰ ਲੈ ਕੇ ਚੀਨੀ ਕਮਾਂਡਰ ਦੇ ਕੋਲ ਇਤਰਾਜ਼ ਦਰਜ ਕਰਵਾ ਚੁੱਕੇ ਸਨ। ਇੱਕ ਵਾਰ ਉਹਨਾਂ ਦੇ ਕਹਿਣ ਦੇ ਉੱਤੇ ਚੀਨ ਨੇ ਇਸ ਕੈਂਪ ਨੂੰ ਹਟਾ ਵੀ ਲਿਆ ਸੀ, ਪਰ 14 ਜੂਨ ਨੂੰ ਅਚਾਨਕ ਫਿਰ ਤੋਂ ਕੈਂਪ ਖੜਾ ਕਰ ਦਿੱਤਾ। ਕਰਨਲ ਸੰਤੋਸ਼ ਦੇ ਜਵਾਨ ਇਸ ਕੈਂਪ ਨੂੰ ਖੁਦ ਪੱਟ ਕੇ ਸੁੱਟਣਾ ਚਾਹੁੰਦੇ ਸਨ, ਪਰ ਉਦੋਂ ਖੁਦ ਕੈਂਪ ਤੱਕ ਜਾ ਕੇ ਤੇ ਚੀਨ ਦੇ ਸੈਨਿਕਾਂ ਦੇ ਨਾਲ ਗੱਲਬਾਤ ਕਰਨ ਦਾ ਉਹਨਾਂ ਨੇ ਫੈਸਲਾ ਲਿਆ। ਸ਼ਾਮ ਦੇ 4 ਵਜੇ ਦੇ ਕਰੀਬ 40 ਜਵਾਨਾਂ ਦੇ ਨਾਲ ਉਹ ਪੈਦਲ ਉਸ ਕੈਂਪ ਤੱਕ ਚਲੇ ਗਏ ਸਨ। ਇਸ ਤੋਂ ਪਹਿਲਾਂ ਤੱਕ ਇੱਥੇ ਤਾਇਨਾਤ ਚੀਨ ਤੇ ਭਾਰਤੀ ਫੌਜਾਂ ਦੀ ਆਪਸ ਦੇ ਵਿੱਚ ਪਛਾਣ ਸੀ, ਪਰ ਜਦੋਂ ਕਰਨਲ ਸੰਤੋਸ਼ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਨਵੇਂ ਚਿਹਰੇ ਨਜ਼ਰ ਆਏ। ਇੰਟੈਲੀਜੈਂਸ ਨੇ ਇਸ ਦੀ ਰਿਪੋਰਟ ਪਹਿਲਾਂ ਹੀ ਦਿੱਤੀ ਸੀ ਕਿ ਤਿੱਬਤ ਦੇ ਵਿੱਚ ਚੱਲ ਰਹੀ ਕਿਸੇ ਗੱਲਬਾਤ ਨੂੰ ਲੈ ਕੇ ਸੈਨਿਕਾਂ ਨੂੰ ਲਿਆ ਕੇ ਗਿਲਵਾਨ ਦੇ ਵਿੱਚ ਲਾਇਆ ਗਿਆ। ਜਿਉਂ ਹੀ ਕਰਨਲ ਸੰਤੋਸ਼ ਨੇ ਸਵਾਲ ਕੀਤਾ, ਇੱਕ ਚੀਨੀ ਸੈਨਿਕ ਨੇ ਆ ਕੇ ਉਹਨਾਂ ਨੂੰ ਧੱਕਾ ਦਿੱਤਾ ਤੇ ਗਾਲਾਂ ਕੱਢਣ ਲੱਗਿਆ। ਦੇਖਦੇ ਹੀ ਦੇਖਦੇ 16 ਬਿਹਾਰ ਇਨਫੈਂਟਰੀ ਰੈਜੀਮੈਂਟ ਦੇ ਸੈਨਿਕਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਚੀਨ ਦੇ ਸੈਨਿਕਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮੁੱਕੇਬਾਜ਼ੀ ਦੇ ਵਿੱਚ ਦੋਨਾਂ ਪਾਸਿਆਂ ਦੇ ਫੌਜੀ ਜ਼ਖਮੀ ਹੋਏ। ਗੁੱਸੇ ਦੇ ਵਿੱਚ ਆਏ ਭਾਰਤੀ ਸੈਨਿਕ ਚੀਨ ਦੀ ਪੋਸਟ ਨੂੰ ਤਹਿਸ਼-ਨਹਿਸ਼ ਕਰਨ ਲੱਗੇ। ਇਸ ਦਰਮਿਆਨ ਕਰਨਲ ਸੰਤੋਸ਼ ਨੇ ਜ਼ਖਮੀ ਸੈਨਿਕਾਂ ਨੂੰ ਵਾਪਸ ਪੋਸਟ ਦੇ ਵਿੱਚ ਭੇਜ ਦਿੱਤਾ। ਹੌਲੀ ਹਨੇਰਾ ਹੋਣ ਲੱਗਾ ਤੇ ਉੱਥੇ ਭਾਰਤੀ ਤੇ ਚੀਨੀ ਫੌਜੀਆਂ ਦਾ ਜਮਾਵੜਾ ਵੱਧਦਾ ਜਾ ਰਿਹਾ ਸੀ। ਉਦੋਂ ਅਚਾਨਕ ਇੱਕ ਵੱਡਾ ਪੱਥਰ ਕਰਨਲ ਸੰਤੋਸ਼ ਦੇ ਸਿਰ ਦੇ ਉੱਤੇ ਆ ਕੇ ਲੱਗਾ। ਫਿਰ ਦੋਨਾਂ ਪਾਸਿਆਂ ਤੋਂ ਪਥਰਾਵ ਹੋਣ ਲੱਗਾ। 1 ਘੰਟੇ ਤੱਕ ਗੁੱਥਮ-ਗੁੱਥਾ ਝਗੜਾ ਚੱਲਦਾ ਰਿਹਾ। ਕੁਝ ਹੀ ਦੇਰ ਦੇ ਵਿੱਚ ਖੂਨ ਖਰਾਬੇ ਦੇ ਵਿੱਚ ਬਦਲ ਗਿਆ। ਚੀਨ ਦੇ ਲਗਭਗ 300 ਸੈਨਿਕ ਸਨ ਤੇ ਇਸ ਦਾ ਸਾਹਮਣਾ ਕਰਨ ਦੇ ਲਈ ਭਾਰਤੀ ਜਵਾਨਾਂ ਦੀ ਗਿਣਤੀ 40 ਤੋਂ 50 ਸੀ। ਭਾਰਤੀ ਸੈਨਿਕਾਂ ਕੋਲ ਹਥਿਆਰ ਤਾਂ ਸਨ, ਪਰ ਉਹ ਇਸ ਦੀ ਵਰਤੋਂ ਨਹੀਂ ਸਨ ਕਰ ਰਹੇ। ਚੀਨ ਦੇ ਸੈਨਿਕਾਂ ਨੇ ਇਸ ਝਗੜੇ ਨੂੰ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ ਤੇ ਕੰਡਿਆਲੀਆਂ ਤਾਰਾਂ ਨਾਲ ਬੰਨੇ ਹੋਏ ਡੰਡੇ, ਲੋਹੇ ਦੀ ਰਾੜ ਤੇ ਵੱਡੇ ਬੋਲਡਰ ਪੱਥਰ ਜਮ੍ਹਾਂ ਕਰਕੇ ਰੱਖੇ ਸਨ, ਜਿਵੇਂ ਕਿ ਉਹ ਇਸ ਮਾਮਲੇ ਦੇ ਉੱਤੇ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਸਨ। ਝਗੜਾ ਗਲਵਾਨ ਘਾਟੀ ਦੇ ਕਿਨਾਰੇ ਖਾਈ ਦੇ ਕੋਲ ਯਾਨੀ ਕਿ ਖੱਡ ਦੇ ਕੋਲ ਚੱਲ ਰਿਹਾ ਸੀ। ਇਹੀ ਵਜ੍ਹਾ ਸੀ ਕਿ ਚੀਨ ਤੇ ਭਾਰਤੀ ਸੈਨਿਕਾਂ ਦਰਮਿਆਨ ਖੂਨ ਖਰਾਬਾ ਹੋਇਆ ਤਾਂ ਕੁਝ ਸੈਨਿਕ ਜਾ ਕੇ ਗਲਵਾਨ ਨਾਲੇ ਦੇ ਵਿੱਚ ਡਿੱਗ ਪਏ। ਇਹਦੇ ਵਿੱਚ ਭਾਰਤੀ ਵੀ ਸਨ ਤੇ ਚੀਨ ਦੇ ਸੈਨਿਕ ਵੀ। ਗਲਵਾਨ ਨਾਲੇ ਦੇ ਵਿੱਚ ਬਰਫੀਲਾ ਪਾਣੀ ਸੀ ਤੇ ਬੜੇ ਨੁਕੀਲੇ ਪੱਥਰ ਵੀ। ਘਟਨਾ ਦੀ ਜਗ੍ਹਾ ਮੌਜੂਦ ਸੈਨਿਕਾਂ ਤੇ ਇਲਾਕੇ ਦੇ ਕਮਾਂਡਰ ਨੇ ਜੋ ਰਿਪੋਰਟ ਸੈਨਾ ਮੁਖੀ ਤੇ ਸਰਕਾਰ ਨੂੰ ਸੌਂਪੀ ਹੈ, ਉਸ ਦੇ ਮੁਤਾਬਕ ਅੱਧੀ ਰਾਤ ਤੱਕ ਇਹ ਝਗੜਾ ਜਾਰੀ ਰਿਹਾ ਸੀ। ਜਦੋਂ ਹਾਲਾਤ ਕੁਝ ਕਾਬੂ ਦੇ ਵਿੱਚ ਆਏ ਤਾਂ ਦੋਨਾਂ ਪਾਸਿਆਂ ਦੇ ਸੈਨਿਕਾਂ ਦੇ ਵੱਲੋਂ ਆਪੋ ਆਪਣੇ ਸਾਥੀਆਂ ਦੀਆਂ ਲਾਸ਼ਾਂ ਨੂੰ ਲੈ ਕੇ ਪੋਸਟ ਵਿੱਚ ਆਇਆ ਗਿਆ। ਇਸ ਦਰਮਿਆਨ ਕੁਝ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਏ ਤੇ ਉਹਨਾਂ ਨੂੰ ਇਲਾਜ ਵਾਸਤੇ ਭਰਤੀ ਕਰਵਾਇਆ ਗਿਆ। ਚੀਨ ਦੀ ਸੈਨਾ ਨੇ ਭਾਰਤੀ ਸੈਨਾ ਦੇ 10 ਅਫਸਰਾਂ ਤੇ ਜਵਾਨਾਂ ਨੂੰ ਬੰਦੀ ਬਣਾ ਲਿਆ ਸੀ। 2 ਦਿਨ ਬਾਅਦ ਮੇਜਰ ਜਨਰਲ ਪੱਧਰ ਦੀ ਮੀਟਿੰਗ ਹੋਈ ਤਾਂ ਉਹਨਾਂ ਨੂੰ ਛੱਡ ਦਿੱਤਾ ਗਿਆ। ਇਸੇ ਦਰਮਿਆਨ ਇਹ ਵੀ ਪਤਾ ਲੱਗਾ ਕਿ ਚੀਨ ਦਾ ਵੀ ਖਾਸਾ ਨੁਕਸਾਨ ਹੋਇਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ। ਪਹਿਲੀ ਸੰਖੇਪ ਦੇ ਵਿੱਚ ਗੱਲ ਅਸੀਂ ਇਹ ਕਹਾਂਗੇ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਤੇ ਜੋ ਉਸ ਤੋਂ ਬਾਅਦ ਹੁਣ ਪ੍ਰਤੀਕਿਰਿਆ ਆਈ ਹੈ, ਉਸ ਤੋਂ ਬਾਅਦ ਇਸ ਗੱਲ ਦਾ ਪੱਕਾ ਪਤਾ ਲੱਗ ਜਾਂਦਾ ਕਿ ਸਾਡੇ ਫੌਜੀ ਜਵਾਨਾਂ ਨੇ ਹਿੰਮਤ ਨਹੀਂ ਹਾਰੀ। ਉਹਨਾਂ ਨੂੰ ਧੋਖੇ ਦੇ ਵਿੱਚ ਵੀ ਰੱਖਿਆ ਗਿਆ। ਉਹਨਾਂ ਨੂੰ ਜਿਸ ਤਰੀਕੇ ਨਾਲ ਨਾਲੇ ਦੇ ਕੰਢੇ ਦੇ ਉੱਤੇ ਜਿੱਥੇ ਕਿ ਇੱਕ ਬੰਦਾ ਇੱਕੋ ਵਕਤ ਦੇ ਵਿੱਚ ਤੁਰ ਸਕਦਾ ਹੈ, ਉੱਥੇ ਘੇਰ ਕੇ ਕੁੱਟਿਆ ਗਿਆ ਜਾਂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਕੁਝ ਠੰਡੇ ਪਾਣੀ ਦੇ ਵਿੱਚ, ਬਰਫੀਲੇ ਪਾਣੀ ਦੇ ਵਿੱਚ ਡਿੱਗ ਵੀ ਪਏ। ਪਰ ਇਸ ਦੇ ਬਾਵਜੂਦ ਜਿਸ ਤਰੀਕੇ ਦੀਆਂ ਪ੍ਰਸਥਿਤੀਆਂ ਬਣੀਆਂ ਤੇ ਜਿਹੜੀ ਅੱਜ ਮੀਟਿੰਗ ਹੋਈ ਹੈ ਦੋਵਾਂ ਦੇਸ਼ਾਂ ਦੇ ਕਮਾਂਡਿੰਗ ਅਧਿਕਾਰੀਆਂ ਦੀ, ਉਹਦੇ ਵਿੱਚੋਂ ਸਿੱਟਾ ਇਹ ਨਿਕਲਿਆ ਹਾਲ ਦੀ ਘੜੀ ਮੁੱਢਲੀ ਜਾਣਕਾਰੀ ਦੇ ਮੁਤਾਬਕ ਕਿ ਚੀਨ ਦੇ ਵੱਲੋਂ ਇਹ ਗੱਲ ਮੰਨੀ ਗਈ ਹੈ ਕਿ ਸਾਡਾ ਵੀ ਨੁਕਸਾਨ ਹੋਇਆ। ਸਾਡੇ ਵੀ ਇੱਕ ਅਫਸਰ ਨੂੰ ਭਾਰਤੀ ਸੈਨਿਕ ਜਿਹੜੇ ਉਹ ਬੰਦੀ ਬਣਾ ਕੇ ਆਪਣੇ ਨਾਲ ਲੈ ਗਏ ਸੀ।
ਪਰ ਇਸੇ ਦਰਮਿਆਨ ਰਾਜਸਥਾਨ ਦੇ ਹੌਲਦਾਰ ਸੁਰਿੰਦਰ ਸਿੰਘ ਜੋ ਕਿ ਮੌਕੇ ਦੇ ਉੱਤੇ ਸੀ ਤੇ ਜ਼ਖਮੀ ਹੋਏ ਆ, ਜਿਨ੍ਹਾਂ ਨੂੰ ਕਈ ਘੰਟਿਆਂ ਬਾਅਦ ਹੋਸ਼ ਆਈ ਹੈ, ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਆ ਫੋਨ ਦੇ ਉੱਤੇ ਕਿ ਜੇਕਰ ਮੇਰੇ ਕੋਲ ਸ਼੍ਰੀ ਸਾਹਿਬ ਨਾ ਹੁੰਦੀ ਤਾਂ ਜਿਸ ਤਰੀਕੇ ਨਾਲ ਮੇਰੇ ਉੱਤੇ ਹਮਲਾ ਹੋਇਆ ਸੀ ਮੈਂ ਬਚਣਾ ਨਹੀਂ ਸੀ। ਮੈਂ ਆਪਣੇ ਬਚਾਅ ਦੇ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਤੇ ਮੈਂ ਬਚਣ ਦੇ ਵਿੱਚ ਸਫਲ ਹੋਇਆ। ਉਹਨਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਸੀ ਕਿ ਅਸੀਂ ਸਭ ਕੁਝ ਤੈਸ਼-ਨੈਸ਼ ਕਰਕੇ ਆ ਗਏ, ਕਿਉਂਕਿ ਚੀਨ ਨੇ ਸਾਡੇ ਉੱਤੇ ਬਹੁਤ ਵੱਡਾ ਧੋਖੇ ਨਾਲ ਹਮਲਾ ਕੀਤਾ ਸੀ, ਪਰ ਜਿੰਨਾ ਕੁ ਅਸੀਂ ਆਪਣਾ ਬਚਾਅ ਕਰ ਸਕਦੇ ਸੀ ਉਹ ਵੀ ਕੀਤਾ, ਜਿੰਨਾ ਕਿ ਅਸੀਂ ਆਪਣੇ ਦੇਸ਼ ਦੀ ਰੱਖਿਆ ਕਰਦੇ ਦੂਜੇ ਦਾ ਨੁਕਸਾਨ ਕਰ ਸਕਦੇ ਸੀ ਉਹ ਵੀ ਕੀਤਾ। ਪਰ ਉਸ ਤੋਂ ਬਾਅਦ ਜਿਹੜੀ ਰਾਜਨੀਤੀ ਚੱਲ ਰਹੀ ਹੈ ਉਹਦੇ ਉੱਤੇ ਉਹਨਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣੀ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਜਦੋਂ ਕਰੋਨਾ ਮਹਾਮਾਰੀ ਦੀ ਸ਼ੁਰੂਆਤ ਹੋਈ ਤੇ ਜਦੋਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਪਲਾਜ਼ਮਾ ਥੈਰੇਪੀ ਦੇ ਰਾਹੀਂ ਅਸੀਂ ਇਲਾਜ ਲੱਭਾਂਗੇ, ਉਦੋਂ ਹੀ ਨਾਲ ਦੀ ਨਾਲ ਖਬਰਾਂ ਆਉਣ ਲੱਗ ਪਈਆਂ ਸੀ ਕਿ ਪਲਾਜ਼ਮਾ ਵਿਕਣ ਵੀ ਲੱਗ ਪਿਆ ਤੇ 10-10 ਲੱਖ ਰੁਪਏ ਦੇ ਵਿੱਚ ਖੂਨ ਦੀ ਇੱਕ ਬੋਤਲ ਵੇਚੀ ਜਾਣ ਲੱਗੀ ਆ। ਉਦੋਂ ਨਾਲ ਦੀ ਨਾਲ ਕੁਝ ਕੁ ਵੈਬਸਾਈਟਾਂ ਦੇ ਉੱਤੇ ਇਹ ਗੱਲ ਪੈਣੀ ਸ਼ੁਰੂ ਹੋ ਗਈ ਸੀ ਕਿ ਫਲਾਣਾ ਬੰਦਾ ਜਿਹੜਾ ਉਹ ਕਰੋਨਾ ਮੁਕਤ ਹੋਇਆ, ਉਹਦੇ ਸਰੀਰ ਦੇ ਵਿੱਚ ਐਂਟੀਬਾਡੀ ਹੈ, ਇਸ ਕਰਕੇ ਉਹ ਆਪਣਾ ਖੂਨ ਵੇਚ ਸਕਦਾ ਤੇ ਜੇਕਰ ਕਿਸੇ ਪੀੜਤ ਨੂੰ ਚਾਹੀਦਾ ਹੋਵੇ ਜਿਹਦੇ ਨਾਲ ਖੂਨ ਦਾ ਮਿਲਾਨ ਹੋ ਸਕਦਾ ਹੋਵੇ ਤਾਂ ਉਹ ਸੰਪਰਕ ਕਰ ਸਕਦਾ ਹੈ। ਉਦੋਂ ਵੀ ਅਸੀਂ ਇਹ ਗੱਲ ਆਖੀ ਸੀ ਕਿ ਇਹ ਇੱਕ ਬਹੁਤ ਵੱਡਾ ਧੰਦਾ ਨਾ ਬਣ ਜਾਵੇ ਕਿਤੇ, ਪਰ ਅੱਜ ਦੀ ਤਾਜ਼ਾ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਧੰਦਾ ਬਣ ਵੀ ਚੁੱਕਿਆ, ਕਿਉਂਕਿ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਪੈਸੇ ਦੇਣ ਵਾਸਤੇ ਕਿਹਾ ਗਿਆ। ਦਿੱਲੀ ਵਿਧਾਨ ਸਭਾ ਦੇ ਸਪੀਕਰ ਦਾ ਇੱਕ ਜਾਣਕਾਰ ਵਿਅਕਤੀ ਕਰੋਨਾ ਪੀੜਤ ਹੈ, ਉਹਨਾਂ ਨੇ ਸੰਪਰਕ ਕੀਤਾ ਇੱਕ ਵਿਅਕਤੀ ਦੇ ਨਾਲ ਜਾਂ ਕਹਿ ਲਈਏ ਇੱਕ ਅਦਾਰੇ ਦੇ ਨਾਲ। ਅੱਗੋਂ ਉਹਨਾਂ ਦੇ ਵੱਲੋਂ ਕੁਝ ਸੈਂਕੜੇ ਰੁਪਏ ਮੰਗੇ ਗਏ ਆ ਕਿ ਅਸੀਂ ਤੁਹਾਨੂੰ ਪਲਾਜ਼ਮਾ ਡੋਨੇਟ ਕਰ ਦਿੰਦੇ ਆ, ਸਾਡੇ ਕੋਲੇ ਪ੍ਰਬੰਧ ਹੈਗਾ। ਇਸ ਮਾਮਲੇ ਦੇ ਉੱਤੇ ਵੱਡਾ ਸਵਾਲ ਉੱਠਿਆ ਕਿ ਜੇਕਰ ਵਿਧਾਨ ਸਭਾ ਦੇ ਸਪੀਕਰ ਦੇ ਕੋਲੋਂ ਪੈਸੇ ਮੰਗੇ ਜਾ ਰਹੇ ਆ ਤਾਂ ਆਮ ਰਿਕਸ਼ਾ ਚਾਲਕ ਦਾ ਕੀ ਬਣਦਾ ਹੋਊਗਾ, ਇੱਕ ਮਜ਼ਦੂਰ ਦਾ ਕੀ ਬਣਦਾ ਹੋਊਗਾ, ਆਮ ਸਧਾਰਨ ਵਿਅਕਤੀ ਜੋ ਜਿੰਨਾ ਕਮਾਉਂਦਾ ਉਹਨਾਂ ਖਾਂਦਾ ਉਹਦਾ ਕੀ ਬਣਦਾ ਹੋਊਗਾ। ਯਾਨੀ ਕਿ ਇਸ ਮਾਮਲੇ ਦੇ ਉੱਤੇ ਵੀ ਰਾਜਨੀਤੀ ਵੀ ਹੈ ਤੇ ਵਪਾਰ ਵੀ ਚੱਲ ਰਿਹਾ। ਹੈਰਾਨੀ ਇਸ ਗੱਲ ਦੀ ਵੀ ਹੁੰਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਲੰਘੇ ਦਿਨੀ ਇਹ ਗੱਲ ਕਹੀ ਹੈ ਕਿ ਪ੍ਰਾਈਵੇਟ ਹਸਪਤਾਲ ਕਿੰਨੀ ਰਕਮ ਲੈ ਸਕਣਗੇ ਕਰੋਨਾ ਪੀੜਤਾਂ ਦਾ ਇਲਾਜ ਕਰਨ ਦੇ ਲਈ। ਆਉਂਦੇ ਕੁਝ ਦਿਨਾਂ ਦੇ ਵਿੱਚ ਅਸੀਂ ਇਹ ਗੱਲ ਸਾਫ਼ ਕਰਾਂਗੇ, ਨਿਰਦੇਸ਼ ਜਾਰੀ ਕਰਾਂਗੇ। ਯਾਨੀ ਕਿ ਸਭ ਕੁਝ ਭਾਵੇਂ ਲੁੱਟਿਆ ਪੁੱਟਿਆ ਗਿਆ ਹੋਵੇ ਹੁਣ ਤੱਕ, ਪਰ ਹਾਲੇ ਤੱਕ ਅਸੀਂ ਰਕਮ ਤੈਅ ਨਹੀਂ ਕੀਤੀ। ਇਹ ਸਾਰਾ ਕੁਝ ਪਹਿਲੇ ਦਿਨ ਕਰ ਦੇਣਾ ਚਾਹੀਦਾ ਸੀ, ਜਿਹੜਾ ਕਿ ਨਹੀਂ ਕੀਤਾ ਗਿਆ ਤੇ ਹਾਲੇ ਆਪਾਂ ਇਸ ਮਾਮਲੇ ਦੇ ਉੱਤੇ ਵਿਚਾਰ ਕਰਦੇ ਹਾਂ। ਬਹੁਤ ਸਾਰੇ ਪੰਜਾਬ ਦੇ ਹਸਪਤਾਲ ਨਿੱਜੀ ਇਹੋ ਜਿਹੇ ਆ ਜਿਹੜੇ ਕਿ ਲੋਕਾਂ ਨੂੰ ਮਰੇ ਹੀ ਭਾਲਦੇ ਆ, ਜਿਹੜੇ ਇਹ ਗੱਲ ਕਹਿੰਦੇ ਆ ਵੀ ਆਪਾਂ ਮਰੇ ਨੂੰ ਵੀ ਵੈਂਟੀਲੇਟਰ ਦੇ ਉੱਤੇ ਰੱਖਣਾ, ਪੈਸੇ ਕਮਾਉਣੇ ਆ। ਸੋ ਇਹੋ ਜਿਹੇ ਹਸਪਤਾਲਾਂ ਨੂੰ ਨੱਥ ਪਾਉਣ ਦਾ ਜੇਰਾ ਸਾਡੀ ਸਰਕਾਰ ਦੇ ਵਿੱਚੋਂ ਕੋਈ ਵੀ ਨਹੀਂ ਕਰ ਰਿਹਾ ਤੇ ਦੁੱਖ ਦੀ ਗੱਲ ਇਹ ਆ ਕਿ ਲੋਕ ਨਿਚੋੜੇ ਜਾ ਰਹੇ ਆ, ਲੋਕਾਂ ਦੇ ਖੀਸੇ ਪਾੜੇ ਜਾ ਰਹੇ ਆ, ਲੋਕਾਂ ਦਾ ਬਹੁਤ ਬੁਰਾ ਹਾਲ ਹੈ ਇਸ ਵਕਤ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕਰੋਨਾ ਵਾਇਰਸ ਦੀ ਮਹਾਮਾਰੀ ਦਰਮਿਆਨ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਪਲਾਜ਼ਮਾ ਦਾਨ ਦੇ ਨਾਂ ਦੇ ਉੱਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ। ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਦੇ ਨਾਲ ਇਹ ਠੱਗੀ ਕੀਤੀ ਗਈ ਹੈ। ਉਹਨਾਂ ਨੇ ਇਸ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਦੇ ਕੋਲੇ ਪਰਚਾ ਵੀ ਦਰਜ ਕਰਵਾਇਆ। ਦਿੱਲੀ ਵਿਧਾਨ ਸਭਾ ਦੇ ਸਪੀਕਰ ਤੋਂ ਪਲਾਜ਼ਮਾ ਡੋਨੇਟ ਦੇ ਇਵਜ਼ ਦੇ ਵਿੱਚ ਪੈਸੇ ਮੰਗੇ ਗਏ ਸਨ। ਪੇਟੀਐਮ ਦੇ ਮਾਧਿਅਮ ਰਾਹੀਂ 950 ਰੁਪਏ ਮੰਗਵਾਏ ਗਏ। ਦੋਸ਼ੀ ਨੇ ਖੁਦ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਦਾ ਡਾਕਟਰ ਦੱਸਿਆ ਸੀ। ਦਿੱਲੀ ਪੁਲਿਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਇੱਕ ਵਿਅਕਤੀ ਅਬਦੁਲ ਕਰੀਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਹੋਈ ਹੈ, ਪਰ ਉਹ ਲੋਕਾਂ ਦਰਮਿਆਨ ਖੁਦ ਨੂੰ ਰਾਹੁਲ ਠਾਕੁਰ ਦੱਸਦਾ ਸੀ। ਦੋਸ਼ੀ ਮੂਲ ਰੂਪ ਤੋਂ ਯੂਪੀ ਦੇ ਮੁਜ਼ੱਫਰਪੁਰ ਇਲਾਕੇ ਦਾ ਰਹਿਣ ਵਾਲਾ ਤੇ ਇਸ ਵਕਤ ਦਿੱਲੀ ਦੇ ਪੁਲ ਪ੍ਰਹਲਾਦਪੁਰ ਇਲਾਕੇ ਦੇ ਵਿੱਚ ਰਹਿ ਰਿਹਾ। ਜਾਣਕਾਰੀ ਦੇ ਮੁਤਾਬਕ ਰਾਮ ਨਿਵਾਸ ਗੋਇਲ ਆਪਣੇ ਕਰੋਨਾ ਪੋਜ਼ਿਟਿਵ ਪਾਏ ਗਏ ਕਿਸੇ ਜਾਣਕਾਰ ਦੇ ਲਈ ਪਲਾਜ਼ਮਾ ਚਾਹੁੰਦੇ ਸਨ, ਇਸ ਲਈ ਉਹ ਪਲਾਜ਼ਮਾ ਡੋਨਰ ਦੀ ਭਾਲ ਕਰ ਰਹੇ ਸਨ। ਮਾਮਲੇ ਦੇ ਵਿੱਚ ਉੱਤਰੀ ਦਿੱਲੀ ਦੇ ਸਿਵਲ ਲਾਈਨਸ ਥਾਣੇ ਦੇ ਵਿੱਚ ਕੇਸ ਦਰਜ ਹੋਇਆ। ਪੁਲਿਸ ਦੇ ਮੁਤਾਬਕ ਮੁਲਜ਼ਮ ਦੇ ਉੱਤੇ ਕਈ ਹੋਰ ਵੀ ਲੋਕਾਂ ਨੂੰ ਬਲੱਡ ਤੇ ਪਲਾਜ਼ਮਾ ਦੇਣ ਦੇ ਨਾਂ ਦੇ ਉੱਤੇ ਠੱਗੀ ਕਰਨ ਦੇ ਦੋਸ਼ ਲੱਗੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਪਲਾਜ਼ਮਾ ਦੇ ਮਾਮਲੇ ਦੇ ਵਿੱਚ ਵੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਇਹ ਗੱਲ ਆਪਣੇ ਆਪ ਨਸ਼ਰ ਹੋ ਜਾਂਦੀ ਹੈ ਕਿ ਸਾਡੇ ਦੇਸ਼ ਦੇ ਵਿੱਚ ਪਰਿਸਥਿਤੀਆਂ ਕੀ ਹੈ। ਸਾਡੇ ਦੇਸ਼ ਦੀਆਂ ਸਰਕਾਰਾਂ ਬੇਸ਼ੱਕ ਕੁਝ ਵੀ ਕਹਿ ਰਹੀਆਂ ਹੋਣ, ਪਰ ਕਈ ਲੋਕਾਂ ਦੀ ਮਜਬੂਰੀ ਹੈ ਤੇ ਕਈ ਲੋਕਾਂ ਦਾ ਵਪਾਰ ਹੈ, ਜਿਹਦੇ ਕਰਕੇ ਕਿਸੇ ਵੀ ਮਸਲੇ ਦੇ ਉੱਤੇ ਇਹ ਸਾਰਾ ਕੁਝ ਸਾਹਮਣੇ ਆ ਜਾਂਦਾ। ਜੇਕਰ ਇੱਕ ਵਿਧਾਨ ਸਭਾ ਦੇ ਸਪੀਕਰ ਦੇ ਨਾਲ ਇਹ ਕੁਝ ਹੋ ਸਕਦਾ ਹੈ, ਜਿਹੜਾ ਕਿ ਸਪੀਕਰ ਰਾਜਧਾਨੀ ਦੇ ਵਿੱਚ ਬੈਠਾ ਤੇ ਉਹਦੇ ਜਾਣਕਾਰ ਦੇ ਨਾਲ ਸੰਬੰਧਿਤ ਇਹ ਮਾਮਲਾ ਜਦੋਂ ਸਾਹਮਣੇ ਆਵੇ ਤਾਂ ਆਮ ਲੋਕਾਂ ਦੇ ਨਾਲ ਕੀ ਕੁਝ ਬੀਤਦੀ ਹੋਊਗੀ, ਇਹਦੇ ਬਾਬਤ ਦੱਸਣਾ ਪੁੱਛਣਾ ਔਖਾ ਨਹੀਂ ਆ। ਪਿਛਲੇ ਦਿਨੀ ਵੀ ਇਹ ਖਬਰਾਂ ਆਈਆਂ ਸੀ ਕਿ ਪਲਾਜ਼ਮਾ ਦਾ ਧੰਦਾ ਬਹੁਤ ਅੱਗੇ ਤੋਂ ਅੱਗੇ ਵਧ ਰਿਹਾ।
ਹਾਲਾਂਕਿ ਪੰਜਾਬ ਦੇ ਵਿੱਚ ਵੀ ਪਲਾਜ਼ਮਾ ਥੈਰੇਪੀ ਦੇ ਨਾਲ ਇਲਾਜ ਪ੍ਰਣਾਲੀ ਦੀ ਸ਼ੁਰੂਆਤ ਕਰਨ ਦੀ ਗੱਲ ਸਾਹਮਣੇ ਆਈ ਸੀ, ਪਰ ਉਹਦੇ ਉੱਤੇ ਇੱਕ ਵਾਰ ਫੁੱਲ ਸਟਾਪ ਲੱਗ ਗਿਆ ਸੀ। ਉਹ ਗੱਲ ਇੱਕ ਵਾਰ ਰੁਕ ਗਈ ਸੀ, ਕਿਉਂਕਿ ਵਾਰ-ਵਾਰ WHO ਦੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਤੇ ਕੇਂਦਰ ਦੇ ਸਿਹਤ ਮਹਿਕਮੇ ਦੇ ਵੱਲੋਂ ਵੀ ਗੱਲ ਕਹੀ ਜਾ ਰਹੀ ਹੈ ਕਿ ਪਲਾਜ਼ਮਾ ਥੈਰੇਪੀ ਨੂੰ ਤੁਸੀਂ ਤਜਰਬੇ ਦੇ ਰੂਪ ਦੇ ਵਿੱਚ ਤਾਂ ਅਪਣਾ ਸਕਦੇ ਹੋ, ਪਰ ਇਹ ਪੱਕੀ ਇਲਾਜ ਪ੍ਰਣਾਲੀ ਨਹੀਂ ਹੈ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਤਜਰਬੇ ਦੇ ਰੂਪ ਦੇ ਵਿੱਚ ਭਾਵੇਂ ਤੁਸੀਂ ਕੁਝ ਵੀ ਕਰ ਲਵੋ, ਪਰ ਇਹਦੇ ਬਾਬਤ ਅਸੀਂ ਕੋਈ ਦਾਅਵਾ ਨਹੀਂ ਕਰਦੇ, ਇਹਦੇ ਬਾਬਤ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਨਹੀਂ ਕਰਦੇ ਕਿ ਸਾਰਾ ਕੁਝ ਠੀਕ ਹੋਣਾ ਕੁਦਰਤੀ ਹੈ। ਪਰ ਸਵਾਲਾਂ ਦਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਇੱਕ ਵਿਧਾਨ ਸਭਾ ਦੇ ਸਪੀਕਰ ਦੇ ਨਾਲ ਭਾਵੇਂ 950 ਦੀ ਠੱਗੀ ਹੋਵੇ ਤੇ ਭਾਵੇਂ 9,50,000 ਦੀ ਠੱਗੀ ਹੋਵੇ, ਜੇਕਰ ਉੱਥੇ ਠੱਗੀ ਦੀ ਖਬਰ ਸਾਹਮਣੇ ਆ ਸਕਦੀ ਹੈ ਤਾਂ ਆਮ ਲੋਕਾਂ ਦਾ ਕੀ ਬਣਦਾ ਹੋਊਗਾ। ਹਾਲੇ ਤਾਂ ਸਪੀਕਰ ਸਾਹਿਬ ਦੇ ਕਰਕੇ ਸ਼ਾਇਦ 950 ਰੁਪਏ ਦੀ ਗੱਲ ਹੈ, ਪਰ ਜੇਕਰ ਕੋਈ ਆਮ ਵਿਅਕਤੀ ਹੁੰਦਾ ਤਾਂ ਸ਼ਾਇਦ ਇਹ ਗੱਲ ਲੱਖਾਂ ਦੇ ਵਿੱਚ ਜਾਂਦੀ ਤੇ ਉਹ ਗੱਲ ਖਬਰ ਦੇ ਰੂਪ ਵਿੱਚ ਸਾਹਮਣੇ ਵੀ ਨਹੀਂ ਸੀ ਆਉਣੀ, ਕਿਉਂਕਿ ਆਮ ਵਿਅਕਤੀ ਦੀ ਲੋੜ ਹੁੰਦੀ ਹੈ, ਜਿਹਨੇ ਚੀਜ਼ ਦੇਣੀ ਆ ਉਹਦੀ ਇੱਕ ਵੱਖਰੀ ਜ਼ਰੂਰਤ ਹੁੰਦੀ ਹੈ ਤੇ ਮਾਮਲਾ ਇਹ ਲੁਕਵੇਂ ਰੂਪ ਦੇ ਵਿੱਚ ਰਹਿ ਜਾਂਦਾ ਹੈ। ਪਰ ਤੰਦਰੁਸਤੀ ਦੇ ਨਾਂ ਦੇ ਉੱਤੇ, ਪਲਾਜ਼ਮਾ ਡੋਨੇਟ ਕਰਨ ਦੇ ਨਾਂ ਦੇ ਉੱਤੇ ਇੱਕ ਧੰਦਾ ਵੀ ਚੱਲ ਰਿਹਾ, ਇਸ ਦਾ ਇੱਥੋਂ ਪੱਕਾ ਪਤਾ ਲੱਗ ਜਾਂਦਾ। ਪੰਜਾਬ ਦੇ ਸਿਹਤ ਵਿਭਾਗ ਦੇ ਮੰਤਰੀ ਨੇ ਸਰਦਾਰ ਬਲਬੀਰ ਸਿੰਘ ਸਿੱਧੂ ਹੋਰੀ ਤੇ ਸਿੱਧੂ ਹੋਰਾਂ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਰਾਜਨੀਤੀ ਵੀ ਛਿੜੀ ਹੈ, ਕਿਉਂਕਿ ਉਹਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਘਰੇ ਬੈਠ ਕੇ ਵਿਹਲੇ ਰਹਿ ਕੇ ਜਿਹੜੇ ਅਧਿਆਪਕ ਤਨਖਾਹਾਂ ਲੈ ਰਹੇ ਆ, ਉਹਨਾਂ ਦੇ ਕੋਲੋਂ ਅਸੀਂ ਕੰਮ ਲੈਣਾ ਤੇ ਉਹਨਾਂ ਦੀ ਨਜ਼ਰ ਹੈ ਜਿਹੜੀ ਉਹ ਮਾਈਨਿੰਗ ਕਰਨ ਵਾਲੇ ਲੋਕਾਂ ਦੇ ਵੱਲ ਟਿਕੀ ਰਹਿਣੀ ਚਾਹੀਦੀ ਹੈ। ਹੁਣ ਅਧਿਆਪਕ ਸਾਥੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਿਹਤ ਵਿਭਾਗ ਦੇ ਮੰਤਰੀ ਦੇ ਵੱਲੋਂ ਸਾਨੂੰ ਵਿਹਲੜ ਕਰਾਰ ਦੇਣਾ, ਸਾਡੇ ਬਾਬਤ ਇਹੋ ਜਿਹੀ ਇਤਰਾਜ਼ਯੋਗ ਟਿੱਪਣੀ ਕਰਨੀ ਇਹ ਬਰਦਾਸ਼ਤ ਕਰਨ ਵਾਲੀ ਗੱਲ ਨਹੀਂ ਹੈ। ਆਪਾਂ ਇਹ ਵੀ ਜਾਣਦੇ ਕਿ ਪੰਜਾਬ ਦੇ ਅਧਿਆਪਕਾਂ ਦੇ ਕੋਲੋਂ ਗੈਰ ਵਿਦਿਅਕ ਕੰਮ ਕਿਵੇਂ ਲੈ ਜਾਂਦੇ ਆ, ਵੋਟਾਂ ਬਣਾਉਣੀਆਂ ਹੋਣ ਤਾਂ ਅਧਿਆਪਕ, ਆਧਾਰ ਕਾਰਡ ਦਾ ਕੰਮ ਹੋਵੇ ਤਾਂ ਅਧਿਆਪਕ, ਕੋਈ ਹੋਰ ਕੰਮਕਾਜ ਹੋਵੇ ਤਾਂ ਅਧਿਆਪਕ, ਪੋਲੀਓ ਦੀਆਂ ਬੂੰਦਾਂ ਪਿਆਉਣੀਆਂ ਤਾਂ ਅਧਿਆਪਕ। ਤੇ ਹੁਣ ਇਸ ਮਾਮਲੇ ਦੇ ਉੱਤੇ ਵੀ ਕਿ ਮਾਈਨਿੰਗ ਦੇ ਮਾਮਲੇ ਦੇ ਉੱਤੇ ਵੀ ਨਿਗਾਹ ਰੱਖਣ। ਇਸ ਤੋਂ ਪਹਿਲਾਂ ਇਹ ਵੀ ਖਬਰਾਂ ਆਈਆਂ ਸੀ ਕਿ ਇੱਕ ਜ਼ਿਲ੍ਹੇ ਦੇ ਵਿੱਚ ਸ਼ਰਾਬ ਦੀ ਫੈਕਟਰੀ ਦੇ ਵਿੱਚ ਵੀ ਨਿਗਾਹ ਰੱਖਣੀ ਹੈ ਕਿ ਉੱਥੇ ਕਿੰਨੀ ਦਾਰੂ ਬਣਦੀ ਹੈ ਤੇ ਕਿੰਨੀ ਉੱਥੋਂ ਨਿਕਲ ਕੇ ਜਾਂਦੀ ਹੈ, ਕਿਤੇ ਕੋਈ ਨਕਲੀ ਸ਼ਰਾਬ ਤਾਂ ਨਹੀਂ ਬਣਾਉਂਦੇ, ਕਿਤੇ ਕੋਈ ਗਲਤ ਕੰਮ ਤਾਂ ਨਹੀਂ ਕੀਤਾ ਜਾ ਰਿਹਾ, ਇਹਦੇ ਉੱਤੇ ਵੀ ਅਧਿਆਪਕ ਨਿਗਾਹ ਰੱਖਣ। ਇਸ ਮਾਮਲੇ ਦੇ ਵਿੱਚ ਵੀ ਅਧਿਆਪਕ ਸਾਥੀਆਂ ਦੇ ਵੱਲੋਂ ਸੰਘਰਸ਼ ਕੀਤਾ ਗਿਆ ਸੀ ਤੇ ਹੁਣ ਵੀ ਅਧਿਆਪਕਾਂ ਦੇ ਵੱਲੋਂ ਪੰਜਾਬ ਦੇ ਸਿਹਤ ਵਿਭਾਗ ਦੇ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯਾਨੀ ਕਿ ਅਧਿਆਪਕ ਜਿਹੜੇ ਕਿ ਨੌਕਰੀ ਕਰਦੇ ਆ, ਇਸ ਵਕਤ ਕਰੋਨਾ ਮਹਾਮਾਰੀ ਦੇ ਕਰਕੇ ਜਦੋਂ ਸਕੂਲ ਬੰਦ ਆ ਤਾਂ ਫਿਰ ਉਹ ਵੀ ਘਰ ਦੇ ਵਿੱਚ ਬੈਠੇ ਆ, ਪਰ ਉਹਨਾਂ ਨੂੰ ਵਿਹਲੜ ਕਰਾਰ ਦੇਣਾ ਇਸ ਮਾਮਲੇ ਦੇ ਉੱਤੇ ਸਵਾਲ ਖੜਾ ਹੋਇਆ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅਧਿਆਪਕ ਇਹੋ ਜਿਹੇ ਆ ਜਿਨ੍ਹਾਂ ਦੀ ਸਿਹਤ ਮਹਿਕਮੇ ਦੇ ਕਰਮਚਾਰੀਆਂ ਦੇ ਨਾਲ ਡਿਊਟੀ ਲੱਗੀ ਹੋਈ ਹੈ, ਜਿਹੜੇ ਕਿ ਇਸ ਵਕਤ ਆਪਣੀ ਡਿਊਟੀ ਨੂੰ ਤਨਦੇਹੀ ਦੇ ਨਾਲ ਨਿਭਾ ਵੀ ਰਹੇ ਆ। ਦੂਜੀ ਗੱਲ ਸਭ ਤੋਂ ਵੱਡੀ ਇਹ ਹੈ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੀ ਗਿਣਤੀ ਕਿੰਨੀ ਆ, ਉਹਦੇ ਮੁਤਲਕ ਸਰਕਾਰ ਦੇ ਵੱਲੋਂ ਸੋਚਿਆ ਨਹੀਂ ਜਾ ਰਿਹਾ ਤੇ ਜਿਸ ਤਰੀਕੇ ਨਾਲ PPE ਕਿੱਟਾਂ ਦੀ ਘਾਟ ਦੇ ਕਰਕੇ, ਜਿਸ ਤਰੀਕੇ ਨਾਲ ਸੈਨੀਟਾਈਜ਼ਰ ਦੀ ਘਾਟ ਦੇ ਕਰਕੇ, ਭਾਵੇਂ ਉਹ ਅਧਿਆਪਕ ਸਾਥੀ ਹੋਣ ਤੇ ਭਾਵੇਂ ਸਿਹਤ ਵਿਭਾਗ ਦੇ ਕਰਮਚਾਰੀ ਹੋਣ, ਪਿਛਲੇ ਲੰਮੇ ਸਮੇਂ ਤੋਂ ਸਥਿਤੀ ਨਾਲ ਦੋ ਚਾਰ ਹੋ ਰਹੇ ਆ। ਇਹਦੇ ਬਾਬਤ ਸਮੇਂ-ਸਮੇਂ ਤੇ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਈਆਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਬਿਆਨ ਤੋਂ ਅਧਿਆਪਕ ਖਫਾ ਹੋ ਗਏ ਨੇ। ਉਹਨਾਂ ਨੇ ਮੁੱਖ ਮੰਤਰੀ ਅੱਗੇ ਬਲਬੀਰ ਸਿੱਧੂ ਦੇ ਕੋਲੋਂ ਮਾਫੀ ਮੰਗਵਾਉਣ ਦੀ ਮੰਗ ਕੀਤੀ ਹੈ। DTF ਦੇ ਸੂਬਾ ਪ੍ਰਧਾਨ ਦਵਿੰਦਰ ਪੂਨੀਆ ਤੇ ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ ਨੇ ਕਿਹਾ ਕਿ ਸਿੱਧੂ ਵੱਲੋਂ ਅਧਿਆਪਕਾਂ ਨੂੰ ਘਰ ਬੈਠਿਆਂ ਤਨਖਾਹ ਲੈਣ ਵਰਗਾ ਬੇਤੁਕਾ ਬਿਆਨ ਦੇਣਾ ਤੇ ਨਜਾਇਜ਼ ਮਾਈਨਿੰਗ ਰੋਕਣ ਲਈ ਸਰਕਾਰ ਵੱਲੋਂ ਅਧਿਆਪਕਾਂ ਦੀ ਡਿਊਟੀ ਲਾਏ ਜਾਣ ਦੇ ਉੱਤੇ ਸਹੀ ਪਾਉਣਾ ਅਧਿਆਪਕਾਂ ਦੇ ਅੱਲੇ ਜ਼ਖਮਾਂ ਨੂੰ ਕੁਰੇੜਨ ਦੇ ਬਰਾਬਰ ਹੈ। ਉਹਨਾਂ ਨੇ ਕਿਹਾ ਕਿ ਕੋਰੋਨਾ ਦੌਰਾਨ ਹਜ਼ਾਰਾਂ ਅਧਿਆਪਕ ਪਹਿਲਾਂ ਹੀ ਹੈਲਥ ਪ੍ਰੋਟੋਕਾਲ ਅਫਸਰਾਂ ਵਜੋਂ ਦਰਜਨਾਂ ਨਾਜ਼ੁਕ ਥਾਵਾਂ ਦੇ ਉੱਤੇ ਡਿਊਟੀ ਕਰ ਰਹੇ ਨੇ। ਆਪਣੇ ਵਿਭਾਗੀ ਕੰਮ ਦੇ ਵਿੱਚ ਫੇਲ ਹੋਏ ਸਿਹਤ ਮੰਤਰੀ ਨੂੰ ਇਹ ਕਬੂਲ ਲੈਣਾ ਚਾਹੀਦਾ ਕਿ ਕੋਰੋਨਾ ਸੰਕਟ ਦੌਰਾਨ ਸਿਹਤ ਕਰਮਚਾਰੀ ਬਗੈਰ ਸਹੂਲਤਾਂ ਦੇ ਡਿਊਟੀ ਦੇ ਰਹੇ ਨੇ। ਉਹਨਾਂ ਨੇ ਸੂਬੇ ਦੀ ਸਰਕਾਰ ਤੋਂ ਮੰਗ ਕੀਤੀ ਕਿ ਮਹਾਮਾਰੀ ਦੌਰਾਨ ਆਪਣੇ ਘਰ ਦੇ ਦਰਵਾਜ਼ੇ ਤੇ ਲੋਕਾਂ ਨੂੰ ਨਾ ਮਿਲਣ ਦਾ ਨੋਟਿਸ ਚਿਪਕਾਉਣ ਵਾਲੇ ਸਿਹਤ ਮੰਤਰੀ ਨੂੰ ਮਾੜੀ ਕਾਰਗੁਜ਼ਾਰੀ ਲਈ ਜਵਾਬਦੇਹ ਬਣਾਇਆ ਜਾਵੇ। ਉਹਨਾਂ ਨੇ ਵਿਦਿਆਰਥੀਆਂ ਨੂੰ ਮਾਨਸਿਕ ਤੇ ਸਰੀਰਕ ਤੌਰ ਦੇ ਉੱਤੇ ਬਿਮਾਰ ਬਣਾ ਰਹੀ ਆਨਲਾਈਨ ਸਿੱਖਿਆ ਦੀ ਰਸਮੀ ਕਾਰਵਾਈ ਨੂੰ ਬੰਦ ਕਰਕੇ ਸਕੂਲਾਂ ਨੂੰ ਪੜਾਅਵਾਰ ਖੋਲ੍ਹਣ ਦੀ ਮੰਗ ਵੀ ਕੀਤੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਮੰਤਰੀਆਂ ਦੇ ਨਾਲ ਵਿਵਾਦ ਜੁੜਦੇ ਆ ਤੇ ਜਿਹੋ ਜਿਹੀਆਂ ਸਾਹਮਣੇ ਸਭ ਦੇ ਖਬਰਾਂ ਆਉਂਦੀਆਂ, ਉਸ ਤੋਂ ਬਾਅਦ ਭਾਵੇਂ ਕਿਸੇ ਵੀ ਵਿਭਾਗ ਦੀ ਗੱਲ ਹੋਵੇ, ਸੰਬੰਧਿਤ ਮੰਤਰੀ ਤੇ ਸੰਬੰਧਿਤ ਵਿਭਾਗ ਤੋਂ ਲੋਕਾਂ ਦਾ ਭਰੋਸਾ ਉੱਠਣਾ ਕੁਦਰਤੀ ਹੈ ਜਾਂ ਫਿਰ ਭਰੋਸਾ ਘਟ ਜਾਂਦਾ। ਇਸ ਵਕਤ ਬਹੁਤ ਸਾਰੇ ਵਿਭਾਗ ਆ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਕਮਜ਼ੋਰੀਆਂ ਜਿਨ੍ਹਾਂ ਨੂੰ ਕਦੇ ਵੀ ਦੂਰ ਕਰਨ ਦੀ ਕੋਸ਼ਿਸ਼ ਸੱਚੇ ਦਿਲੋਂ ਨਹੀਂ ਕੀਤੀ ਗਈ। ਜੇਕਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਭਾਈ ਭਤੀਜਾਵਾਦ ਰਾਹ ਰੋਕ ਖੜਦਾ ਹੈ। ਜਿਹੜੇ ਵਕਤ ਪੰਜਾਬ ਦੇ ਅੱਧੋ ਵੱਧ ਮੰਤਰੀ ਇਹ ਗੱਲ ਕਹਿੰਦੇ ਹੋਣ ਕਿ ਸੀਨੀਅਰ ਅਧਿਕਾਰੀਆਂ ਦੇ ਮੂਹਰੇ ਸਾਡੀ ਪੇਸ਼ ਨਹੀਂ ਚੱਲਦੀ, ਉਸ ਵਕਤ ਇਹ ਗੱਲ ਕਿਵੇਂ ਕਹੀ ਜਾ ਸਕਦੀ ਹੈ ਕਿ ਸਾਰੇ ਮੰਤਰੀ ਆਪੋ ਆਪਣੇ ਵਿਭਾਗ ਦੇ ਵਿੱਚ ਸਹੀ ਤਰੀਕੇ ਨਾਲ ਕੰਮਕਾਜ ਕਰਨ 'ਚ ਸਫਲ ਹੁੰਦੇ ਹੋਣਗੇ।
ਸੋ ਸਿਹਤ ਮੰਤਰੀ ਦੇ ਵੱਲੋਂ ਅਧਿਆਪਕਾਂ ਦੇ ਕਿਰਦਾਰ ਦੇ ਉੱਤੇ ਸਵਾਲ ਖੜਾ ਕਰਨਾ ਇਹ ਇੱਕ ਬਹੁਤ ਮਾੜੀ ਗੱਲ ਵੀ ਕਹੀ ਜਾ ਸਕਦੀ ਹੈ ਤੇ ਇਸ ਗੱਲ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਹੋਣੀ ਵੀ ਚਾਹੀਦੀ ਹੈ ਤੇ ਨਿੰਦਿਆ ਹੋ ਵੀ ਰਹੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਕਿ ਅਧਿਆਪਕ ਸਾਥੀਆਂ ਦੇ ਵੱਲੋਂ ਕਿਹਾ ਗਿਆ ਕਿ ਸਕੂਲਾਂ ਨੂੰ ਖੋਲ੍ਹ ਦੇਣਾ ਚਾਹੀਦਾ ਪੜਾਅਵਾਰ। ਅਸੀਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ। ਉਹਦਾ ਕਾਰਨ ਇਹ ਹੈ ਕਿ ਜੋ ਕੁਝ ਸਿਹਤ ਮੰਤਰੀ ਦੇ ਵੱਲੋਂ ਕਿਹਾ ਗਿਆ ਉਹ ਵੀ ਗਲਤ ਹੈ, ਪਰ ਜੋ ਅਸੀਂ ਇਸ ਵਕਤ ਮੰਗ ਕਰ ਰਹੇ ਹਾਂ ਉਹ ਵੀ ਬਹੁਤ ਹੀ ਵਾਜਬ ਇਸ ਕਰਕੇ ਨਹੀਂ ਹੈ ਕਿਉਂਕਿ ਜੇਕਰ ਅੱਜ ਸਕੂਲ ਸ਼ੁਰੂ ਹੋ ਜਾਂਦੇ ਆ ਤਾਂ ਬੱਚੇ ਵੱਖ-ਵੱਖ ਘਰਾਂ ਦੇ ਵਿੱਚੋਂ ਆ ਕੇ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਆਉਣਗੇ। ਹਾਲਾਂਕਿ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਜਿਹਦੀ ਭਰਪਾਈ ਕਰਨੀ ਔਖੀ ਹੈ, ਪਰ ਜੇਕਰ ਇਸ ਮੌਕੇ ਜਦੋਂ ਗਰਮੀ ਦਾ ਸਿਖਰ ਹੈ, ਜੇਕਰ ਸਕੂਲ ਸ਼ੁਰੂ ਹੋ ਜਾਂਦੇ ਆ ਤਾਂ ਗਰਮੀ ਦੇ ਕਰਕੇ ਵੀ ਬੱਚਿਆਂ ਦਾ ਨੁਕਸਾਨ ਹੈ ਤੇ ਕਰੋਨਾ ਦੇ ਕਰਕੇ ਵੀ ਬੱਚਿਆਂ ਦਾ ਨੁਕਸਾਨ ਹੋ ਸਕਦਾ ਹੈ। ਬੱਚੇ ਜਿਹੜੇ ਕਿ ਇਸ ਵਕਤ ਇਮਿਊਨਿਟੀ ਸਟਰੋਂਗ ਨਾ ਹੋਣ ਕਰਕੇ ਸਮੱਸਿਆ ਦੇ ਘੇਰੇ ਦੇ ਵਿੱਚ ਛੇਤੀ ਆ ਸਕਦੇ ਆ, ਉਹਨਾਂ ਦੇ ਬਚਾਅ ਦੀ ਗੱਲ ਵੀ ਕਰਨੀ ਚਾਹੀਦੀ ਹੈ। ਸੋ ਅਧਿਆਪਕਾਂ ਦੀਆਂ ਮੰਗਾਂ ਸਮੇਂ-ਸਮੇਂ ਦੇ ਉੱਤੇ ਅਸੀਂ ਵਾਜਬ ਵੀ ਮੰਨੀਆਂ ਕਿਉਂਕਿ ਅਧਿਆਪਕ ਉਹ ਮੋਮਬੱਤੀ ਆ ਜਿਹੜੀ ਖੁਦ ਬਲ ਕੇ ਦੂਜਿਆਂ ਨੂੰ ਚਾਨਣ ਦਿੰਦੀ ਆ। ਅਸੀਂ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ, ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਵੱਖ-ਵੱਖ ਵਿਭਾਗਾਂ ਦੇ ਮੰਤਰੀਆਂ ਦੇ ਵੱਲੋਂ ਇਹਨਾਂ ਗੱਲਾਂ ਦੇ ਉੱਤੇ ਕਦੇ ਅਮਲ ਨਹੀਂ ਕੀਤਾ ਗਿਆ। ਮੈਂ ਅਕਸਰ ਇਸ ਗੱਲ ਨੂੰ ਸੋਚਦਾ ਕਿ ਸੂਬੇ ਦੀ ਸਰਕਾਰ ਕਿਹੜੇ ਰਾਹ ਦੇ ਉੱਤੇ ਤੁਰਦੀ ਹੈ। ਕਾਰਨ ਇਹ ਹੈ ਕਿ ਪਿਛਲੇ ਦਿਨੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਜਿਹਦੇ ਵਿੱਚ ਇਹ ਗੱਲ ਕਹੀ ਗਈ ਕਿ ਪੰਜਾਬ ਦੀਆਂ ਵਿਰਾਸਤੀ ਯਾਦਗਾਰਾਂ ਨੇ ਜਿਹੜੀਆਂ ਉਹਨਾਂ ਨੂੰ ਠੇਕੇ ਦੇ ਉੱਤੇ ਦੇਣ ਦੀ ਤਿਆਰੀ ਚੱਲ ਰਹੀ ਹੈ। ਇਹ ਵੀ ਖਬਰ ਆਈ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਣੇ ਹੋਏ ਸਰਕਟ ਹਾਊਸ ਵੀ ਪ੍ਰਾਈਵੇਟ ਨਿੱਜੀ ਹੱਥਾਂ ਦੇ ਵਿੱਚ ਦੇਣ ਦੀ ਤਿਆਰੀ ਚੱਲ ਰਹੀ ਹੈ। ਜੇਕਰ ਇਹ ਸਾਰਾ ਕੁਝ ਇਵੇਂ ਹੀ ਚੱਲਣਾ ਤਾਂ ਫਿਰ ਸਰਕਾਰ ਦਾ ਕੰਮ ਸਰਕਾਰੀ ਕੀ ਰਹਿ ਜਾਂਦਾ। ਸੜਕਾਂ ਇਸ ਵਕਤ ਪ੍ਰਾਈਵੇਟ ਨੇ, ਯਾਨੀ ਕਿ ਥਾਂ-ਥਾਂ ਦੇ ਉੱਤੇ ਡਾਕੂਨੁਮਾ ਲੋਕ ਬੈਠੇ ਆ ਜਿਹੜੇ ਪੱਧਰੀ ਸੜਕ ਕਰਨ ਦੇ ਬਦਲੇ ਤੁਹਾਡੀ ਜੇਬ ਨੂੰ ਹੱਥ ਪਾਉਂਦੇ ਆ। ਥਾਂ-ਥਾਂ ਦੇ ਉੱਤੇ ਨਿੱਜੀ ਸਕੂਲ ਖੁੱਲ੍ਹੇ ਆ, ਥਾਂ-ਥਾਂ ਦੇ ਉੱਤੇ ਆਪਾਂ ਜਾਣਦੇ ਆ ਕਿ ਨਿੱਜੀ ਹਸਪਤਾਲ ਖੁੱਲ੍ਹੇ ਆ ਤੇ ਜੇਕਰ ਅਸੀਂ ਜਿਹੜੀਆਂ ਹੁਣ ਤੱਕ ਵਿਰਾਸਤੀ ਥਾਵਾਂ ਵਿਰਾਸਤੀ ਯਾਦਗਾਰਾਂ ਨੇ ਜਿਹੜੀਆਂ ਉਹ ਵੀ ਨਿੱਜੀ ਹੱਥਾਂ ਦੇ ਵਿੱਚ ਦੇ ਦਿੱਤੀਆਂ ਤੇ ਫਿਰ ਸਰਕਾਰਾਂ ਦਾ ਕੰਮ ਕੀ ਰਹਿ ਗਿਆ। ਇਹ ਗੱਲ ਸੋਚਣੀ ਵਿਚਾਰਨੀ ਬਹੁਤ ਜ਼ਰੂਰੀ ਹੈ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆਗਿਆ। ਬਹੁਤ ਬਹੁਤ ਮਿਹਰਬਾਨੀ।